ਜਿਹੜੀਆਂ ਬਾਂਝਪਣ ਦੀਆਂ ਸ਼ਿਕਾਰ ਨੇ ਭੈਣਾਂ, ਉਹਨਾਂ ਦੇ ਕਈਆਂ ਦੇ ਵਿਆਹ ਹੋਏ ਨੂੰ ਵੀ ਅੱਜ 15-20 ਸਾਲ ਹੋ ਚੁੱਕੇ ਨੇ, ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਆਸ ਦੀ ਕਿਰਨ ਹੈ ਵੇ ਤੁਸੀਂ ਕੋਈ ਇਹੋ ਜਿਹੀ ਦਵਾਈ ਦਿੰਦੇ ਹੋ? हाँ जी, साडे कोल इस तरह के बहुत लेडीज भैन जी आउंदे आ दवाइयां लैण साथों। उन्हां दोनों जीआं नूं आउणा पैंदा, असीं वो सारा नब्ज देख के दस दिंदे आ, बाकी शरीर दी अखां दी किरिया देख के वो सारा नूं दस दिंदे भी की नुक्शा। वो मरीज़ नूं दस्सण दी लोड़ नहीं, असीं आप ही दस देना देख के सारा कुछ फेस देख के। ਜਿਹੜੇ ਬਾਹਰਲੇ ਮਰੀਜ਼ ਆ ਉਹ ਸਾਨੂੰ ਆਪਣੇ ਇਕੱਲੇ ਅੱਖਾਂ ਦੀ ਫੋਟੋ ਖਿੱਚ ਕੇ ਭੇਜਣੀ ਉਹਨਾਂ ਨੇ ਬੰਦ ਕਰਕੇ ਜੀ। ਅਸੀਂ ਉਹਦੇ ਤੋਂ ਇਹਨਾਂ ਨੂੰ ਦੱਸ ਦੇਣਾ ਫੇਸ ਤੋਂ ਵੀ ਤੁਹਾਡੇ ਕੀ ਨੁਕਸ਼ਾ ਜੀ। ਉਹਨਾਂ ਨੂੰ ਕੋਈ ਦੱਸਣ ਦੀ ਸਾਨੂੰ ਲੋੜ ਨਹੀਂ, ਆਟੋਮੈਟਿਕ ਅਸੀਂ ਆਪ ਹੀ ਦੱਸਾਂਗੇ, ਮਰੀਜ਼ ਨੂੰ ਦੱਸ ਦਿੰਦੇ ਆ। ਬਾਝਪਨ ਦਾ ਵੀ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ 10ਵੇਂ ਪਾਤਸ਼ਾਹ ਇਹ ਸਾਥ ਦੇਣ ਮਹਾਰਾਜ ਗੁਰੂ ਸਾਹਿਬ, ਤੇ ਬਿਲਕੁਲ ਠੀਕ ਹੋ ਜਾਂਦਾ ਬਾਝਪਨ ਦਾ ਵੀ। ਜਿਹੜੀਆਂ ਰਸੌਲੀਆਂ ਬੱਚੇਦਾਨੀ ਦੀਆਂ ਇਹ ਵੀ ਜਮਾਂ ਨਿਕਲ ਜਾਂਦੀਆਂ, ਮਾਸ ਵਾਲੀਆਂ ਹੋਣ ਪਾਣੀ ਵਾਲੀਆਂ ਹੋਣ, ਬਿਲਕੁਲ ਕਲੀਅਰ ਹੋ ਜਾਂਦੀਆਂ ਦਵਾਈ ਦੇ ਨਾਲ ਜੀ, ਹਰਬਲ ਦੇ ਨਾਲ। ਇਸੇ ਦਵਾਈ ਦੇ ਨਾਲ ਬੱਚੇ ਦੇ ਵੀ ਚਾਂਸ ਮਹਾਰਾਜ ਦੀ ਕਿਰਪਾ ਨਾਲ ਪੂਰੇ ਵਧੀਆ ਅਗਾਂਹ ਹੋ ਜਾਂਦੇ ਜੀ ਬੱਚਾ ਹੋਣ ਦੇ। ਤੁਸੀਂ ਇਹੀ ਕਿਹਾ ਨਾ ਵੀ ਅੱਖਾਂ ਬੰਦ ਕਰਕੇ ਫਿਰ ਉਹ ਆਪਣੀ ਫੋਟੋ ਖਿੱਚ ਕੇ ਔਰਤ ਜਿਹੜੀ ਹੈ ਤੁਹਾਨੂੰ ਭੇਜੇ? ਹਾਂਜੀ, ਸਿਰਫ ਇੰਨੇ ਫੇਸ ਦੀ ਜੀ, ਇੰਨਾ ਅੱਖਾਂ ਦਾ, ਬਸ ਅੱਖਾਂ ਬੰਦ ਕਰਕੇ ਇੰਨੇ ਫੇਸ ਦੀ, ਕਰੀਮ ਪਾਊਡਰ ਉੱਤੇ ਕੁਝ ਨਹੀਂ ਲੱਗਾ ਹੋਣਾ ਚਾਹੀਦਾ। ਤੇ ਉਹ ਫਿਰ ਨਾਲ ਦੀ ਨਾਲ ਹੀ ਬਸ ਸਾਨੂੰ ਫੋਟੋ ਪਾਉਣ, ਨਾਲ ਕਾਲ ਕਰ ਦੇਣ, ਬਸ 2-4 ਮਿੰਟ ਉਹਦੀ ਦੱਸਦੇ ਆ ਕੀ ਗੱਲਬਾਤ ਹੈ। ਵੇਖਦੇ ਆ ਕਿ ਨਿੱਲ ਸ਼ੁਕਰਾਣੂ ਜਿਨ੍ਹਾਂ ਦੀ ਕੋਈ ਆਸ ਦੀ ਕਿਰਨ ਨਹੀਂ ਹੁੰਦੀ, ਕੀ ਅਜਿਹਾ ਹੈ ਵੀ ਸ਼ੁਕਰਾਣੂ ਖਤਮ ਹੀ ਹੋ ਜਾਂਦੇ ਨੇ ਬੰਦੇ 'ਚ? ਇਹ ਸ਼ੁਕਰਾਣੂ ਦੇਖੋ ਖਤਮ ਤਾਂ ਨਹੀਂ ਹੁੰਦੇ, ਸ਼ੁਕਰਾਣੂ ਤਾਂ ਇਨਸਾਨ 'ਚ ਹੁੰਦੇ ਹੀ ਆ ਜੀ। ਜੇ ਸ਼ੁਕਰਾਣੂ ਹੀ ਖਤਮ ਹੋ ਗਏ ਤੇ ਇਨਸਾਨ ਖਤਮ ਆ। ਉਸ ਇਨਸਾਨ ਦੀ ਜਿਹੜੇ ਸ਼ੁਕਰਾਣੂ ਆ ਬੋਡੀ ਬਾਹਰ ਸ਼ੋ ਹੀ ਇੰਨੇ ਕਰ ਰਹੀ ਆ, ਉਹਨੂੰ ਜਿੰਨੀ ਮਰਜ਼ੀ ਤੁਸੀਂ ਮੈਡੀਸਨ ਖਵਾ ਦਿਓ ਉਹਨੇ ਸ਼ੁਕਰਾਣੂ ਵੱਧ ਜਾਣਗੇ। ਉਹ ਫਿਰ ਨੋਰਮਲ ਉੱਥੇ ਆ ਜਾਂਦੇ ਆ ਬਾਅਦ ਦੇ ਵਿੱਚ, ਕੁਛ ਟਾਈਮ ਬਾਅਦ ਉੱਥੇ ਆ ਜਾਂਦੇ, 2-4-6 ਮਹੀਨੇ ਬਾਅਦ ਆ ਜਾਂਦੇ ਆ। ਇਹ ਕੁਛ ਮਰੀਜ਼ ਹੁੰਦੇ ਇਸ ਤਰ੍ਹਾਂ ਵੀ ਜਿਨ੍ਹਾਂ ਦੇ ਆ ਜਾਂਦੇ, ਕਈਆਂ ਜਿਵੇਂ ਨੋਰਮਲ ਜਿਹਦੇ ਘੱਟ ਆ ਉਹ ਪੂਰੇ ਹੋ ਕੇ ਮੁੜ ਕੇ ਦੁਬਾਰਾ ਨਹੀਂ ਘਟਦੇ ਗਏ, ਉੱਥੇ ਸਥਿਤੀ ਆ ਜਾਂਦੇ ਕਈਆਂ ਦੇ। ਪਰ ਬੱਚੇ ਚਾਂਸ ਹੋਣ ਦੇ ਪੂਰੇ, ਭਲਾ ਨਿੱਲ ਸ਼ੁਕਰਾਣੂ ਤਾਂ ਵੀ ਬੱਚੇ ਹੋ ਜਾਂਦੇ ਆ। ਇਹ ਅਸੀਂ ਸਾਡੇ ਤਜਰਬੇ ਦੇ ਵਿੱਚ ਆ, ਮਰੀਜ਼ ਦੇਖੇ ਆ ਅਸੀਂ। ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਸੋਨੇ ਦੇ ਕਿਸ ਤਰ੍ਹਾਂ ਬਣਾਉਣੇ ਆ ਅਸੀਂ, ਤੁਹਾਨੂੰ ਉਹਦੇ ਵੀ ਚਾਨਣਾ ਪਾਵਾਂਗੇ ਸਾਰੀ। ਅਸੀਂ ਆਪ ਦਾ ਸਾਡਾ ਬਣਦਾ ਕਲੀਨਿਕ 'ਚ ਕੋਈ ਵੀ ਆ ਕੇ ਇੱਥੇ ਮਰੀਜ਼ ਦੇਖ ਸਕਦਾ, ਬਣਦਾ ਉਹ ਦਿਖਾਵਾਂਗੇ। ਕੋਈ WhatsApp ਤੇ ਹੀ ਪਾ ਦਿੰਦੇ ਵੈਸੇ ਵੀਡੀਓ, ਅਸੀਂ ਸੋਨਾ ਕਿਸ ਤਰ੍ਹਾਂ ਬਣਦਾ ਕੋਈ ਬਣਾ ਵੀ ਸਕਦਾ, ਪਰ ਉਹ ਥੋੜ੍ਹਾ ਜਿਹਾ ਲੰਮਾ ਪ੍ਰੋਸੀਜਰ ਬਹੁਤ ਜ਼ਿਆਦਾ, 1.5 ਸਾਲ ਦਾ ਘੱਟੋ ਘੱਟ ਹੈਗਾ। ਜੇ ਆਪਾਂ ਸਹੀ ਤਰੀਕੇ ਨਾਲ ਉਹਨੂੰ ਕਰਦੇ ਹਾਂ, ਘੱਟੋ ਘੱਟ ਜੀ ਅਸੀਂ 80 ਅੱਗਾਂ ਸੋਨੇ ਨੂੰ ਦਿੰਦੇ ਹਾਂ। ਅਸੀਂ ਉਹਨਾਂ ਤੋਂ ਦਵਾਈ ਤਿਆਰ ਕਰਦੇ ਹਾਂ। ਬਸੰਤ ਕੁਸਮ ਮਾਕਰ ਰਸ ਵੀ ਆਪ ਦਾ ਤਿਆਰ ਕਰਦੇ ਹਾਂ ਅਸੀਂ ਜੀ, ਜਿਹੜਾ ਸ਼ੂਗਰ ਵਾਸਤੇ ਬਹੁਤ ਲਾਭਦਾਇਕ ਆ। ਕਾਮ ਚੂੜਾ ਮਨੀ ਰਸ ਆਪ ਦਾ ਤਿਆਰ ਕਰਦੇ ਹਾਂ। ਸਾਰੀਆਂ ਗੋਡਾਂ ਵਾਲੀਆਂ ਆਈਟਮਾਂ ਅਸੀਂ ਤਿਆਰ ਕਰਦੇ ਹਾਂ। ਮਰੀਜ਼ 101% ਮਹਾਰਾਜ ਦੀ ਮਿਹਰ ਨਾਲ ਠੀਕ ਹੋ ਜਾਊਗਾ ਜੀ। ਮਰੀਜ਼ ਨੂੰ 10 ਦਿਨਾਂ 'ਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਜੀ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਸਾਹਿਬ ਸਿੰਘ ਵਿਰਕ, ਲੋਹਾਰ ਮਾਜਰਾ। ਅੱਜ ਆਪਾਂ ਪਹੁੰਚੇ ਹਾਂ ਵੈਦ ਕਮਲਜੀਤ ਸਿੰਘ ਤੂਰ ਹਰਬਲ ਹੈਲਥ ਕੇਅਰ ਸੈਂਟਰ, ਲੋਹਗੜ੍ਹ ਰੋਡ, ਭਿੰਡਰ ਕਲਾਂ, ਜ਼ਿਲ੍ਹਾ ਮੋਗਾ। ਇਹਨਾਂ ਨਾਲ ਗੱਲਬਾਤ ਕਰਾਂਗੇ, ਜਿਵੇਂ ਕਿ ਔਰਤਾਂ ਦੇ ਰੋਗ ਨੇ, ਮਰਦਾਂ ਦੇ ਰੋਗ ਨੇ, ਦੰਦਾਂ ਦੇ ਰੋਗ ਜਾਂ ਅੱਖਾਂ ਦੇ ਰੋਗ ਨੇ, ਇਹਨਾਂ ਦੇ ਬਾਰੇ 'ਚ। ਤੇ ਜਿਹੜੇ ਮੁੱਖ ਤੌਰ ਤੇ ਕਈ ਅਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਮਰੀਜ਼ਾਂ ਦੀਆਂ ਠੀਕ ਹੋਣ ਦਾ ਨਾਮ ਹੀ ਨਹੀਂ ਲੈਂਦੀਆਂ, ਜਿਨ੍ਹਾਂ ਦੇ ਵਿੱਚੋਂ ਜਿਵੇਂ ਗੁਰਦਿਆਂ ਦਾ ਫੇਲ ਹੋਣਾ, ਜਿਵੇਂ ਮਰੀਜ਼ ਡਾਇਲਾਸਿਸ ਤੇ ਚਲੇ ਜਾਂਦੇ ਨੇ। ਇਸ ਤੋਂ ਇਲਾਵਾ ਸੰਗ੍ਰਹਿਣੀ, ਜਿਸ ਦੇ ਵਿੱਚ ਜਦੋਂ ਵੀ ਕੋਈ ਲੋਕ ਖਾਣਾ ਪੀਣਾ ਖਾਂਦੇ ਨੇ ਤੇ ਉਹ ਤੁਰੰਤ ਉਹਨਾਂ ਨੂੰ ਹਾਜਤ ਲਈ ਜਾਣਾ ਪੈਂਦਾ, ਜਾਂ ਉਹਨਾਂ ਨੂੰ ਕਹਿ ਲਈਏ ਲੈਟਰੀਨ ਜਾਂ ਉੱਧਰ ਜਾਣਾ ਪੈਂਦਾ, ਟੋਇਲਟ ਜਾਣਾ ਪੈਂਦਾ। ਤੇ ਉੱਥੇ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ, ਕਈ ਕਬਜ਼ ਦੇ ਰੋਗ ਨੇ, ਔਰਤਾਂ ਦੀ ਜਿਵੇਂ ਬੱਚੇਦਾਨੀ ਦੀਆਂ ਰਸੌਲੀਆਂ ਵਗੈਰਾ, ਇਹਨਾਂ ਰੋਗਾਂ ਦੇ ਇਲਾਜ ਸੰਬੰਧੀ ਹੀ ਆਪਾਂ ਆਏ ਹਾਂ ਵੈਦ ਜੀ ਕੋਲ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡੀ ਸੋਹਣੇ ਪੰਜਾਬ 'ਚ ਟੀਮ ਚੈਨਲ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ। ਸਾਡੇ ਕਲੀਨਿਕ ਤੇ ਆਇਆਂ ਦਾ ਬਹੁਤ ਧੰਨਵਾਦ ਕਰਦੇ ਤੁਹਾਡਾ ਜੀ। ਵੈਦ ਜੀ, ਜਿਸ ਤਰ੍ਹਾਂ ਆਪਾਂ ਜੇਕਰ ਔਰਤਾਂ ਦੀ ਰੋਗਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਬੱਚੇਦਾਨੀ ਦੀਆਂ ਰਸੌਲੀਆਂ ਦੀ ਆਮ ਤੌਰ 'ਤੇ ਗੱਲ ਸੁਣਨ 'ਚ ਆਉਂਦੀ ਹੈ। ਬਾਕੀ ਚਾਹੇ ਛੋਟੀਆਂ ਬੱਚੀਆਂ ਨੇ ਜਾਂ ਵੱਡੀਆਂ ਔਰਤਾਂ ਨੇ, ਉਹਨਾਂ ਨੂੰ ਮਾਹਵਾਰੀ ਦੀ ਬੜੀ ਸਮੱਸਿਆ ਆਉਂਦੀ ਹੈ। ਕੀ ਕਹਿਣਾ ਚਾਹੋਗੇ ਇਹਦੇ ਵਾਸਤੇ? ਇਸ ਤਰ੍ਹਾਂ ਬੱਚਿਆਂ ਨੂੰ ਹੁਣ ਬਹੁਤ ਹੀ ਮੁਸ਼ਕਲ ਪੀਰੀਅਡ ਦੀ ਆ ਰਹੀ ਹੈ, ਮੈਂਸੇਜ ਦੀ ਲੇਡੀਜ਼ ਨੂੰ। ਜਿਹੜੇ ਸਾਡੇ ਬੱਚੀਆਂ ਨਾ, ਇੱਕ ਤਾਂ ਠੰਡੀਆਂ ਚੀਜ਼ਾਂ ਬਹੁਤ ਖਾਂਦੀਆਂ ਵਾ। ਜਦੋਂ ਮੈਂਸੇਜ ਆਉਂਦੇ ਆ ਇਹਨਾਂ ਨੂੰ ਮਹੀਨੇ ਬਾਅਦ, ਇਹਨਾਂ ਨੂੰ ਗਰਮੈਸ਼ ਹੁੰਦੀ ਆ। ਜਦੋਂ ਸਰੀਰ ਨੇ ਸਾਫ਼ ਹੋਣਾ ਹੁੰਦਾ, ਗਰਮੈਸ਼ ਦੇ ਨਾਲ ਇਹ ਠੰਡੀਆਂ ਵਸਤੂਆਂ ਖਾ ਕੇ ਉਹਦੇ ਨਾਲ ਅੰਦਰ ਆਪਣੇ ਠੰਡਕ ਪੈਦਾ ਹੋ ਕੇ ਨਾ ਅੰਦਰ ਕਲੌੜ ਜੰਮਣੇ ਸ਼ੁਰੂ ਹੋ ਜਾਂਦੇ ਆ ਜੀ। ਕਿਉਂ ਕੰਮਕਾਰ ਹੁਣ ਹੈ ਨਹੀਂ ਗੇ, ਵਿਹਲੇ ਆਪਾਂ ਰਹਿਣਾ, AC 'ਚ ਬਹਿ ਜਾਣਾ ਵਾ। ਇਹ ਮੁਸ਼ਕਲਾਂ ਬਹੁਤ ਹੀ ਜ਼ਿਆਦਾ ਆ ਰਹੀਆਂ। ਰਸੌਲੀਆਂ ਬਣ ਰਹੀਆਂ, ਪਾਣੀ ਵਾਲੀਆਂ, ਮਾਸ ਵਾਲੀਆਂ ਬਣ ਰਹੀਆਂ ਵਾ। ਗਾਂ ਫਿਰ ਬਾਝਪਨ ਦਾ ਬੱਚੇ 'ਤੇ ਬੜਾ ਪਈ ਜਾਂਦਾ ਜੀ। ਔਰਤਾਂ ਨੂੰ ਬੱਚੇ ਨਹੀਂ ਬਾਅਦ ਦੇ ਵਿੱਚ ਹੁੰਦੇ ਗੇ, ਕਿਉਂਕਿ ਉਹ ਇਸ ਤਰ੍ਹਾਂ ਦੀਆਂ ਦਵਾਈਆਂ ਗਾਂ ਖਾਈ ਜਾਂਦੇ ਆ ਵੀ ਜਿਹੜੇ ਮੈਂਸੇਜ ਆ ਜਾਣ। ਪਰ ਅੰਦਰੋਂ ਬਿਮਾਰੀ ਜਦੋਂ ਕਵਰ ਹੋਵੇ ਫਿਰ ਉਹ ਆਉਣ, ਫਿਰ ਠੀਕ ਆ। ਜੇ ਆਪਾਂ ਉਹਨੂੰ ਧੱਕੇ ਦੇ ਨਾਲ ਲਿਆਉਂਦੇ ਹਾਂ, ਗਰਮੈਸ਼ ਚੀਜ਼ਾਂ ਗਰਮ ਦੇ ਕੇ, ਉਹਦੇ ਨਾਲ ਆਪਣਾ ਬਹੁਤ ਜ਼ਿਆਦਾ ਸਰੀਰ ਦਾ ਨੁਕਸਾਨ ਹੋ ਜਾਂਦਾ ਵਾ। ਬਾਅਦ ਦੇ ਵਿੱਚ ਆਂਡਾ ਨਹੀਂ ਬਣਦਾ ਗਾ, ਬੱਚੇਦਾਨੀ ਦਾ ਜਿਹੜਾ ਸੁੰਗੜਨਾ ਸ਼ੁਰੂ ਹੋ ਜਾਂਦਾ ਵਾ ਕਿਸੇ ਦਾ। ਉਹ ਇਸ ਦੀਆਂ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਵਾ। ਜਿਹੜਾ ਆਪਣੇ ਦਿਹਾੜੀਦਾਰ ਹੈਗੇ, ਜਿੰਨੀਆਂ ਵੀ ਲੇਡੀਜ਼ ਆ ਜਿਵੇਂ ਕੰਮ ਕਰਦੀਆਂ ਵਿਚਾਰੀਆਂ, ਜਿਹੜੀਆਂ
ਪੂਰਾ ਆਪਦਾ ਗੋਹੇ ਕੂੜੇ ਦਾ ਕੰਮ ਕਰਨਾ, ਪੋਚੇ ਦਾ ਕਰਨਾ, ਪੂਰਾ ਦੱਬ ਕੇ ਕੰਮ ਕਰਦੇ ਆ, ਉਹਨਾਂ ਨੂੰ ਰਸੌਲੀਆਂ ਦੇ ਬਹੁਤ ਹੀ ਘੱਟ ਚਾਂਸ ਆ। ਕੁਦਰਤ ਮੰਨਿਓ ਕੋਈ ਮਾੜੇ ਉਹਨਾਂ ਦੇ ਕਰਮਾਂ ਤਾਂ ਬਣ ਸਕਦੀ, ਉਵੇਂ ਰਸੌਲੀ ਬਣਦੀ ਨਹੀਂ ਉਹਨਾਂ ਦੇ। ਜਿਹੜਾ ਸਾਡਾ ਤਜਰਬਾ, ਜਿਹੜੇ ਮਰੀਜ਼ ਸਾਡੇ ਕੋਲ ਆ ਰਹੇ ਆ, ਇਹ ਜਿੰਨੇ ਵੀ ਅਮੀਰ ਪਾਣਾ ਥੋੜਾ ਜਿਹਾ ਉਹਨਾਂ ਨੂੰ ਬਾਹਲੀਆਂ ਬਣ ਰਹੀਆਂ ਵਾ। ਜਿਹੜੇ ਬੱਚੇ ਵਿਹਲੇ ਵੱਧ ਰਹਿੰਦੇ ਆ ਉਹਨਾਂ ਨੂੰ ਇਹ ਮੁਸ਼ਕਲ ਬਹੁਤ ਜ਼ਿਆਦਾ ਆ ਰਹੀ ਜੀ। ਇਸ ਤਰ੍ਹਾਂ ਵੈਦ ਜੀ ਗੱਲ ਕਰੀ ਤੁਸੀਂ ਵੀ ਜਿਹੜੀਆਂ ਔਰਤਾਂ ਮਿਹਨਤਕਸ਼ ਨੇ, ਮਿਹਨਤ ਜ਼ਿਆਦਾ ਕਰਦੀਆਂ ਨੇ, ਉਹਨਾਂ ਨੂੰ ਰਸੌਲੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਲਗਭਗ, ਤੇ ਜਿਹੜੀ ਮਾਹਵਾਰੀ ਹੈ ਉਹ ਵੀ ਠੀਕ ਹੁੰਦੀ ਹੈ। ਤੇ ਇੱਕ ਜਿਹੜੀਆਂ ਬਾਂਝਪਣ ਦੀਆਂ ਸ਼ਿਕਾਰ ਨੇ ਭੈਣਾਂ, ਉਹਨਾਂ ਦੇ ਕਈਆਂ ਦੇ ਵਿਆਹ ਹੋਏ ਨੂੰ ਵੀ ਅੱਜ 15-20 ਸਾਲ ਹੋ ਚੁੱਕੇ ਨੇ, ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਆਸ ਦੀ ਕਿਰਨ ਹੈ ਵੇ? ਤੁਸੀਂ ਕੋਈ ਇਹੋ ਜਿਹੀ ਦਵਾਈ ਦਿੰਦੇ ਹੋ? ਹਾਂਜੀ, ਸਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਲੇਡੀਜ਼ ਭੈਣ ਜੀ ਆਉਂਦੇ ਆ ਦਵਾਈਆਂ ਲੈਣ ਸਾਥੋਂ। ਉਹਨਾਂ ਦੋਨਾਂ ਜੀਆਂ ਨੂੰ ਆਉਣਾ ਪੈਂਦਾ। ਅਸੀਂ ਉਹ ਸਾਰਾ ਨਬਜ਼ ਦੇਖ ਕੇ ਦੱਸ ਦਿੰਦੇ ਹਾਂ, ਬਾਕੀ ਸਰੀਰ ਦੀ ਅੱਖਾਂ ਦੀ ਕਿਰਿਆ ਦੇਖ ਕੇ ਉਹ ਸਾਰਾ ਨੂੰ ਦੱਸ ਦਿੰਦੇ ਵੀ ਕੀ ਨੁਕਸ ਆ। ਉਹ ਮਰੀਜ਼ ਨੂੰ ਦੱਸਣ ਦੀ ਲੋੜ ਨਹੀਂ, ਅਸੀਂ ਆਪ ਹੀ ਦੱਸ ਦੇਣਾ ਦੇਖ ਕੇ, ਸਾਰਾ ਕੁਝ ਫੇਸ ਦੇਖ ਕੇ। ਜਿਹੜੇ ਬਾਹਰਲੇ ਮਰੀਜ਼ ਆ ਉਹ ਸਾਨੂੰ ਆਪਣੇ ਇਕੱਲੇ ਅੱਖਾਂ ਦੀ ਫੋਟੋ ਖਿੱਚ ਕੇ ਭੇਜਣੀ ਉਹਨਾਂ ਨੇ ਬੰਦ ਕਰਕੇ ਜੀ। ਅਸੀਂ ਉਹਦੇ ਤੋਂ ਇਹਨਾਂ ਨੂੰ ਦੱਸ ਦੇਣਾ ਫੇਸ ਤੋਂ ਵੀ ਤੁਹਾਡੇ ਕੀ ਨੁਕਸ ਆ ਜੀ। ਉਹਨਾਂ ਨੂੰ ਕੋਈ ਦੱਸਣ ਦੀ ਸਾਨੂੰ ਲੋੜ ਨਹੀਂ, ਆਟੋਮੈਟਿਕ ਅਸੀਂ ਆਪ ਹੀ ਦੱਸਾਂਗੇ, ਮਰੀਜ਼ ਨੂੰ ਦੱਸ ਦਿੰਦੇ ਹਾਂ। ਬਾਝਪਨ ਦਾ ਵੀ ਮਹਾਰਾਜ ਦੀ ਕਿਰਪਾ ਨਾਲ, ਮਹਾਰਾਜ 10ਵੇਂ ਪਾਤਸ਼ਾਹ ਇਹ ਸਾਥ ਦੇਣ ਮਹਾਰਾਜ ਗੁਰੂ ਸਾਹਿਬ, ਤੇ ਬਿਲਕੁਲ ਠੀਕ ਹੋ ਜਾਂਦਾ ਬਾਝਪਨ ਦਾ ਵੀ। ਜਿਹੜੀਆਂ ਰਸੌਲੀਆਂ ਬੱਚੇਦਾਨੀ ਦੀਆਂ ਇਹ ਵੀ ਜਮਾਂ ਨਿਕਲ ਜਾਂਦੀਆਂ, ਮਾਸ ਵਾਲੀਆਂ ਹੋਣ, ਪਾਣੀ ਵਾਲੀਆਂ ਹੋਣ, ਬਿਲਕੁਲ ਕਲੀਅਰ ਹੋ ਜਾਂਦੀਆਂ ਦਵਾਈ ਦੇ ਨਾਲ ਜੀ, ਹਰਬਲ ਦੇ ਨਾਲ। ਇਸੇ ਦਵਾਈ ਦੇ ਨਾਲ ਬੱਚੇ ਦੇ ਵੀ ਚਾਂਸ ਮਹਾਰਾਜ ਦੀ ਕਿਰਪਾ ਨਾਲ ਪੂਰੇ ਵਧੀਆ ਗਾਂਹ ਹੋ ਜਾਂਦੇ ਜੀ ਬੱਚਾ ਹੋਣ ਦੇ। ਤੁਸੀਂ ਗੱਲ ਕਰੀ ਹੈ ਵੀ ਫੋਟੋ ਆਪਣੀ ਇਕੱਲੀ ਖਿੱਚ ਕੇ ਭੇਜ ਦੇਣਾ, ਤੁਸੀਂ ਵਿਦੇਸ਼ਾਂ 'ਚ ਵੀ ਦਵਾਈ ਭੇਜ ਦਿਓ, ਆਪਣੇ ਦੇਸ਼ 'ਚ ਵੀ ਭੇਜ ਦਿਓ, ਭਾਰਤ 'ਚ ਵੀ, ਜਾਣੀ ਕਿ ਦੁਨੀਆ ਦੇ ਕੋਨੇ-ਕੋਨੇ 'ਚ ਦਵਾਈ ਭੇਜ ਦਿਓ। ਤੁਸੀਂ ਇਹੀ ਕਿਹਾ ਨਾ ਵੀ ਅੱਖਾਂ ਬੰਦ ਕਰਕੇ ਫਿਰ ਉਹ ਆਪਣੀ ਫੋਟੋ ਖਿੱਚ ਕੇ ਔਰਤ ਜਿਹੜੀ ਹੈ ਤੁਹਾਨੂੰ ਭੇਜੇ? ਹਾਂਜੀ, ਸਿਰਫ ਇੰਨੇ ਫੇਸ ਦੀ ਜੀ, ਇੰਨਾ ਅੱਖਾਂ ਦਾ, ਬਸ ਅੱਖਾਂ ਬੰਦ ਕਰਕੇ ਇੰਨੇ ਫੇਸ ਦੀ, ਕਰੀਮ ਪਾਊਡਰ ਉੱਤੇ ਕੁਝ ਨਹੀਂ ਲੱਗਾ ਹੋਣਾ ਚਾਹੀਦਾ। ਤੇ ਉਹ ਫਿਰ ਨਾਲ ਦੀ ਨਾਲ ਹੀ ਬਸ ਸਾਨੂੰ ਫੋਟੋ ਪਾਉਣ, ਨਾਲ ਕਾਲ ਕਰ ਦੇਣ, ਬਸ 2-4 ਮਿੰਟ ਉਹਦੀ ਦੱਸਦੇ ਆ ਕੀ ਗੱਲਬਾਤ ਆ ਜੀ। ਤੇ ਇੱਕ ਵੈਦ ਜੀ ਹੋ ਗਈ ਗੱਲ ਇਹ ਤੇ ਔਰਤਾਂ ਦੇ ਰੋਗ ਦੀ। ਇਸ ਦੇ ਨਾਲ ਨਾਲ ਇੱਕ ਮਰਦਾਂ ਦੇ ਨਾ ਜੀ ਰੋਗ ਹੈ ਸ਼ੁਕਰਾਣੂ ਸਪਰਮ ਦੀ, ਜਿਵੇਂ ਉਹਦੇ ਵਿੱਚ ਜ਼ਿਆਦਾਤਰ ਆਪਾਂ ਵੇਖਦੇ ਹਾਂ ਕਿ ਨਿੱਲ ਸ਼ੁਕਰਾਣੂ, ਜਿਨ੍ਹਾਂ ਦੀ ਕੋਈ ਆਸ ਦੀ ਕਿਰਨ ਨਹੀਂ ਹੁੰਦੀ। ਕੀ ਅਜਿਹਾ ਹੈ ਵੀ ਸ਼ੁਕਰਾਣੂ ਖਤਮ ਹੀ ਹੋ ਜਾਂਦੇ ਨੇ ਬੰਦੇ 'ਚੋਂ? ਨਹੀਂ, ਸ਼ੁਕਰਾਣੂ ਦੇਖੋ ਖਤਮ ਤਾਂ ਨਹੀਂ ਹੁੰਦੇ, ਸ਼ੁਕਰਾਣੂ ਤਾਂ ਇਨਸਾਨ 'ਚ ਹੁੰਦੇ ਹੀ ਆ ਜੀ। ਜੇ ਸ਼ੁਕਰਾਣੂ ਹੀ ਖਤਮ ਹੋ ਗਏ ਤੇ ਇਨਸਾਨ ਖਤਮ ਆ। ਉਸ ਇਨਸਾਨ ਦੀ ਜਿਹੜੇ ਸ਼ੁਕਰਾਣੂ ਆ ਬੋਡੀ ਬਾਹਰ ਸ਼ੋ ਹੀ ਇੰਨੇ ਕਰ ਰਹੀ ਆ, ਉਹਨੂੰ ਜਿੰਨੀ ਮਰਜ਼ੀ ਤੁਸੀਂ ਮੈਡੀਸਨ ਖਵਾ ਦਿਓ ਉਹਨੇ ਸ਼ੁਕਰਾਣੂ ਵੱਧ ਜਾਣਗੇ। ਉਹ ਫਿਰ ਨੋਰਮਲ ਉੱਥੇ ਆ ਜਾਂਦੇ ਆ ਬਾਅਦ ਦੇ ਵਿੱਚ, ਕੁਛ ਟਾਈਮ ਬਾਅਦ ਉੱਥੇ ਆ ਜਾਂਦੇ, 2-4-6 ਮਹੀਨੇ ਬਾਅਦ ਆ ਜਾਂਦੇ ਆ। ਇਹ ਕੁਛ ਮਰੀਜ਼ ਹੁੰਦੇ ਇਸ ਤਰ੍ਹਾਂ ਵੀ ਜਿਨ੍ਹਾਂ ਦੇ ਆ ਜਾਂਦੇ, ਕਈਆਂ ਜਿਵੇਂ ਨੋਰਮਲ ਜਿਹਦੇ ਘੱਟ ਆ ਉਹ ਪੂਰੇ ਹੋ ਕੇ ਮੁੜ ਕੇ ਦੁਬਾਰਾ ਨਹੀਂ ਘਟਦੇਗੇ, ਉੱਥੇ ਸਥਿਤੀ ਆ ਜਾਂਦੇ ਕਈਆਂ ਦੀ। ਪਰ ਬੱਚੇ ਚਾਂਸ ਹੋਣ ਦੇ ਪੂਰੇ, ਭਲਾ ਨਿੱਲ ਸ਼ੁਕਰਾਣੂ ਤਾਂ ਵੀ ਬੱਚੇ ਹੋ ਜਾਂਦੇ ਆ। ਇਹ ਅਸੀਂ ਸਾਡੇ ਤਜਰਬੇ ਦੇ ਵਿੱਚ ਆ ਮਰੀਜ਼ ਦੇਖੇ ਆ ਅਸੀਂ, ਇਸ ਤਰ੍ਹਾਂ ਬਹੁਤ ਜ਼ਿਆਦਾ ਸਾਡੇ ਮਰੀਜ਼ ਇੱਥੇ ਆਉਂਦੇ ਆ, ਪਰ ਬੱਚੇ ਨੇ ਉਹਨਾਂ ਦੇ ਆਸ ਬਣ ਜਾਂਦੀ ਜੀ ਹੋਣ ਦੀ ਸ਼ੁਕਰਾਣੂ ਤਾਂ ਨਿੱਲ ਤੇ ਵੀ। ਨਾਲ ਮੈਡੀਸਨ ਚਲਾ ਦੇਈਦੀ ਉਹਦੀ 2-3 ਮਹੀਨੇ, ਤੇ ਉਹ ਸ਼ੁਕਰਾਣੂ ਦਾ ਬੱਚਾ ਉਹਨਾਂ ਦੇ ਪੈਦਾਇਸ਼ ਹੋ ਜਾਂਦੀ ਜੀ। ਤੇ ਇੱਕ ਵੈਦ ਜੀ ਆਮ ਤੌਰ ਤੇ ਨੌਜਵਾਨ ਨੇ, ਕਿਉਂਕਿ ਖੁਰਾਕਾਂ ਮਾੜੀਆਂ ਨੇ ਤੇ ਵਕਤ ਬਦਲ ਚੁੱਕਿਆ, ਪਹਿਲਾਂ ਵਾਲੇ ਵਕਤ ਨਹੀਂ ਰਹੇ, ਤੇ ਆਮ ਤੌਰ ਤੇ ਜਿਹੜੇ ਨੌਜਵਾਨ ਨੇ ਉਹ ਨਮਰਦੀ ਦਾ ਸ਼ਿਕਾਰ ਨੇ, ਨਪੁੰਸਕਤਾ ਦਾ, ਜਾਂ ਕਹਿ ਲਈ ਜਿਵੇਂ ਧਾਤ ਦੇ ਰੋਗ ਨੇ। ਕਈ ਇਹੋ ਜਿਹੇ ਵੀ ਕੇਸ ਸਾਨੂੰ ਵੈਦ ਦੱਸਦੇ ਨੇ ਕਿ ਬੱਚੇ ਦਾ ਜਾਂ ਕਹਿ ਲਈ ਨੌਜਵਾਨ ਦਾ ਵਿਆਹ ਕੱਲ੍ਹ ਹੋਇਆ, ਅਗਲੇ ਦਿਨ ਉਹ ਵੈਦ ਕੋਲ ਚਲਾ ਜਾਂਦਾ ਕਿ ਉਸ ਦੀ ਜਿਹੜੀ ਗ੍ਰਹਿਸਥੀ ਜੀਵਨ ਹੈ ਉਹ ਬਰਬਾਦ ਹੋਣ ਵਾਲਾ, ਉਹਨੂੰ ਪਤਾ ਹੁੰਦਾ ਕਿ ਉਸ ਦੇ ਪੱਲੇ ਕੱਖ ਨਹੀਂ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਸਾਡੇ ਬੱਚਿਆਂ ਦੇ ਵਿੱਚ ਤਕਰੀਬਨ ਇਹ ਚੀਜ਼ ਨੂੰ ਮੋਬਾਈਲ ਨੇ ਬਹੁਤ ਜ਼ਿਆਦਾ ਕੀਤਾ ਜੀ। ਜੇ ਨੈਟਵਰਕ ਆ ਨਾ, ਇਹ ਵਧੀਆ ਵੀ ਬਹੁਤ ਆ ਤੇ ਘਟੀਆ ਵੀ ਬਹੁਤ ਆ ਜੀ। ਉਹ ਮੋਬਾਈਲ ਦੇਖ ਦੂ ਕੇ ਹੋਰ ਵੀਡੀਓ ਇੱਧਰ ਉੱਧਰ ਦੇਖ ਕੇ ਆਪਦੇ ਸਰੀਰ ਨੂੰ ਖਤਮ ਕਰ ਲੈਂਦੇ ਆ। ਫਿਰ ਖੁਰਾਕ ਸਾਡੇ ਕੋਲ ਜਮਾ ਨਹੀਂ ਜੀ। ਜਿਵੇਂ ਦੁੱਧ ਬੜੀ ਉੱਤਮ ਚੀਜ਼ ਆ ਜੀ, ਜੇ ਦੁੱਧ ਆਪਾਂ ਪੀਂਦੇ ਆ ਨਾ ਉਹਦੇ 'ਚ ਬੜੇ ਬਹੁਤ ਹੀ ਜ਼ਿਆਦਾ ਗੁਣ ਆ। ਭਲਾ ਯੂਰੀਆ ਵਿੱਚ ਪੈ ਰਿਹਾ ਕੁਛ ਵੀ ਰਿਹਾ, ਫਿਰ ਵੀ ਦੁੱਧ ਤਾਂ ਦੁੱਧ ਹੀ ਆ ਜੀ। ਉਹ ਆਪਦੀ ਕਿਰਿਆ ਛੱਡਦਾ ਨਹੀਂ ਗਾ, ਪੂਰੀ ਸਰੀਰ ਨੂੰ ਤਾਕਤ ਦਿੰਦਾ ਵਾ। ਹੁਣ ਦੁੱਧ ਅਸੀਂ ਰਾਤ ਨੂੰ ਪੀਤਾ ਜੀ 1 ਗਲਾਸ, ਚਾਹੇ ਪਾਈਆ ਪੀ ਲਿਆ, ਅੱਧਾ ਕਿਲੋ ਕਿਸੇ ਨੇ ਪੀ ਲਿਆ ਆਪਦੇ ਲੋੜ ਅਨੁਸਾਰ ਸਰੀਰ ਦੇ। ਪਰ ਅਸੀਂ ਚਾਹ ਤੁਹਾਨੂੰ 10 ਕਿਲੋ ਪੀ ਜਾਣੀ ਆ ਜੀ। ਬੰਦੇ ਨੇ ਪੀ ਜਾਣੀ, ਚਾਹ ਪੀ ਜਾਣੀ, ਕੋਈ ਲਿਮਟ ਹੀ ਨਹੀਂ ਗਈ ਮਰੀਜ਼ ਦੀ। ਕੋਈ ਵੀ ਇਨਸਾਨ ਆ ਉਹਨੇ ਚਾਹ, ਜਦੋਂ ਕੋਈ ਰਿਸ਼ਤੇਦਾਰ ਆ ਕਿਸੇ ਰਿਸ਼ਤੇਦਾਰੀ 'ਚ ਉੱਠ ਗਿਆ ਉਹਨੂੰ ਚਾਹ ਹੀ ਮਿਲਣੀ, ਕਿਤੇ ਵੀ ਉੱਠ ਗਿਆ। ਅੱਗੇ ਅਸੀਂ ਰਿਸ਼ਤੇਦਾਰੀਆਂ ਜਾਂਦੇ, ਸਾਨੂੰ ਮਿਲਦਾ ਦੁੱਧ, ਉਹ 'ਚ ਗੁੜ ਘੋਲ ਕੇ ਦੇਣਾ, ਖੰਡ ਨਹੀਂ ਪਾਉਂਦੇ ਪਹਿਲੀਆਂ 'ਚ, ਛੰਨੇ 'ਚ ਦੁੱਧ ਮਿਲਣਾ ਤੇ ਗੁੜ ਚਾਹੇ ਸ਼ੱਕਰ ਪਾ ਕੇ ਤੇ ਦੇਣਾ। ਤੇ ਉਹਦੇ ਨਾਲ ਬੰਦਾ ਸੀ ਐਨ ਤੰਦਰੁਸਤ ਰਹਿੰਦਾ ਸੀ, ਪੂਰੇ ਬੰਦੇ 'ਚ ਸਭ ਕੁਛ, ਕੋਈ ਟੁੱਟੀ ਨਹੀਂ ਆਉਂਦੀ ਸਰੀਰ ਦੇ ਵਿੱਚ, ਸਾਰਾ ਬੋਲ ਠੀਕ ਹੁੰਦਾ। ਹੁਣ ਦੁੱਧ ਦੇ ਬੰਨੀ ਤਾਂ ਕੋਈ ਝਾਕਦਾ ਹੀ ਨਹੀਂਗਾ ਜੀ। ਕੋਕ ਪੀਣਗੇ, ਇਹੋ ਜਿਹਾ ਫਾਸਟ ਫੂਡ ਖਾਣਗੇ, ਉਹ ਫਿਰ ਸਾਨੂੰ ਇਹ ਮੁਸ਼ਕਿਲਾਂ ਆਉਣੀਆਂ ਹੀ ਜੀ। ਫਿਰ ਆਪਣੇ ਸਰੀਰ ਦੀ ਗਲਤ ਕਿਰਿਆ ਕਰਨੀ, ਇਨਸਾਨ ਨੇ ਗਲਤ ਪਾਸੇ ਦੇਖ ਕੇ ਉਹ ਚੀਜ਼ ਨਾਲ ਬੜੀਆਂ
ਪੈਂਦਾ ਵਾ। ਤੁਹਾਡੇ ਕਹਿਣ ਤੋਂ ਭਾਵ ਜਿਵੇਂ ਗੰਦੀਆਂ ਫਿਲਮਾਂ ਵੇਖਣੀਆਂ, ਗੰਦੇ ਵਿਚਾਰ ਮਨ 'ਚ ਲਿਆਉਣੇ, ਤਾਂ ਫਿਰ ਉਹਨਾਂ ਦਾ ਨੌਜਵਾਨਾਂ ਦਾ ਇਲਾਜ ਕਿੰਨੀ ਦੇਰ ਚੱਲਦਾ ਜੀ, ਤੇ ਦਵਾਈਆਂ ਕਿੰਨੀਆਂ ਕੁ ਮਹਿੰਗੀਆਂ ਹੁੰਦੀਆਂ ਨੇ ਫਿਰ ਇਸ ਕੰਮ ਵਾਸਤੇ? ਉਹਦੇ 'ਚ ਦਵਾਈ ਇਸ ਟਾਈਮ ਮੈਡੀਸਨ ਜਿਹੜੀ ਉਹ ਸੋਨੇ ਵਾਲੀ ਆ ਜੀ, ਇਹ ਤਾਂ ਹੁੰਦੀ ਥੋੜੀ ਕੋਸਟਲੀ ਹੁੰਦੀ ਆ, ਨਾਰਮਲ ਨਾਲ ਵੀ ਹੋ ਜਾਂਦੀਆਂ, ਪਰ ਜੇ ਮਰੀਜ਼ ਕੋਈ ਜ਼ਿਆਦਾ ਵੇਰਿਆ ਫਿਰ ਉਹਨੂੰ ਅਸੀਂ ਸੋਨਾ ਭਸਮ ਆਪ ਦਾ ਖੁਦ ਤਿਆਰ ਕਰਦੇ ਹਾਂ। ਤੁਹਾਨੂੰ ਉਹ ਦਰਸ਼ਨ ਵੀ ਕਰਾਵਾਂਗੇ ਸੋਨੇ ਦੇ ਕਿਸ ਤਰ੍ਹਾਂ ਬਣਾਉਣੇ ਆ, ਅਸੀਂ ਤੁਹਾਨੂੰ ਉਹਦੇ ਵੀ ਚਾਨਣਾ ਪਾਵਾਂਗੇ ਸਾਰੀ। ਅਸੀਂ ਉਹ ਆਪ ਦਾ ਸਾਡਾ ਬਣਦਾ ਕਲੀਨਿਕ 'ਚ ਕੋਈ ਵੀ ਆ ਕੇ ਇੱਥੇ ਮਰੀਜ਼ ਦੇਖ ਸਕਦਾ ਬਣਦਾ, ਉਹਨੂੰ ਦਿਖਾਵਾਂਗੇ। ਕੋਈ WhatsApp ਤੇ ਹੀ ਪਾ ਦਿੰਦੇ ਵੈਸੇ ਵੀਡੀਓ, ਅਸੀਂ ਸੋਨਾ ਕਿਸ ਤਰ੍ਹਾਂ ਬਣਦਾ, ਕੋਈ ਬਣਾ ਵੀ ਸਕਦਾ, ਪਰ ਉਹ ਥੋੜਾ ਜਿਹਾ ਲੰਮਾ ਪ੍ਰੋਸੀਜਰ ਬਹੁਤ ਜ਼ਿਆਦਾ 1.5 ਸਾਲ ਦਾ ਘੱਟੋ ਘੱਟ ਹੈਗਾ। ਜੇ ਆਪਾਂ ਸਹੀ ਤਰੀਕੇ ਨਾਲ ਉਹਨੂੰ ਕਰਦੇ ਹਾਂ, ਘੱਟੋ ਘੱਟ ਜੀ ਅਸੀਂ 80 ਅੱਗਾਂ ਸੋਨੇ ਨੂੰ ਦਿੰਦੇ ਹਾਂ। ਅਸੀਂ ਉਹਨਾਂ ਤੋਂ ਦਵਾਈ ਤਿਆਰ ਕਰਦੇ ਹਾਂ। ਬਸੰਤ ਕੁਸਮ ਮਾਕਰ ਅਸੀਂ ਆਪ ਦਾ ਤਿਆਰ ਕਰਦੇ ਹਾਂ ਅਸੀਂ ਜੀ, ਜਿਹੜਾ ਸ਼ੂਗਰ ਵਾਸਤੇ ਬਹੁਤ ਲਾਭਦਾਇਕ ਆ। ਕਾਮ ਚੂੜਾ ਮਨੀ ਰਸ ਆਪ ਦਾ ਤਿਆਰ ਕਰਦੇ ਹਾਂ। ਸਾਰੀਆਂ ਗੋਡਾਂ ਵਾਲੀਆਂ ਆਈਟਮਾਂ ਅਸੀਂ ਤਿਆਰ ਕਰਦੇ ਹਾਂ। ਮਰੀਜ਼ 101% ਮਹਾਰਾਜ ਦੀ ਮਿਹਰ ਨਾਲ ਠੀਕ ਹੋ ਜਾਊਗਾ ਜੀ। ਮਰੀਜ਼ ਨੂੰ 10 ਦਿਨਾਂ 'ਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਜੀ। ਤੇ ਵੈਦ ਜੀ, ਮੈਂ ਪਹਿਲਾਂ ਵੀ ਇਹੀ ਇੱਕ ਗੱਲ ਕਰੀ ਹੈ ਵੀ ਜੇ ਤੁਹਾਡੇ ਕਲੀਨਿਕ ਤੇ ਕੋਈ ਤੁਹਾਡੇ ਕੋਲ ਭੈਣ ਆਉਂਦੀ ਹੈ ਜਾਂ ਵੀਰ ਆਉਂਦਾ ਹੈ, ਜਿਹੜੇ ਨਮਰਦ ਨੇ, ਨਪੁੰਸਕਤਾ ਹੈ ਤਾਂ ਤੇ, ਜਾਂ ਭੈਣਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਬਾਂਝ ਦਾ ਕਹਿ ਦਿੱਤਾ ਡਾਕਟਰਾਂ ਨੇ, ਨਾ ਕਰ ਦਿੱਤੀ ਹੈ ਲਗਭਗ, ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਵੀ ਟੈਸਟ ਟਿਊਬ ਬੇਬੀ ਸੈਂਟਰ ਜਿਹੜਾ ਉੱਥੇ ਜਾਓ ਤੇ ਆਪਣਾ ਬੱਚਾ ਜਿਹੜਾ ਇੱਕ ਮਸ਼ੀਨ ਰਾਹੀਂ ਕਹਿ ਲਾਂਗੇ, ਹੈ ਨਾ, ਸਿੱਧੇ ਸ਼ਬਦਾਂ 'ਚ ਮਸ਼ੀਨ ਰਾਹੀਂ ਆਪਣਾ ਬੱਚਾ ਲੈ ਲਓ, ਤਾਂ ਜੇ ਉਹ ਤੁਹਾਡੇ ਕੋਲ ਆਉਂਦੇ ਨੇ ਉਮੀਦ ਰੱਖ ਕੇ ਆਉਣ ਫਿਰ? ਹਾਂਜੀ ਪੂਰਾ ਜੀ, ਮਹਾਰਾਜ ਦੀ ਮਿਹਰ ਨਾਲ ਪੂਰਾ ਉਹਨਾਂ ਦਾ ਕਰਾਂਗੇ। ਉਹਨਾਂ ਨੂੰ ਰਿਜ਼ਲਟ ਵੀ ਮਿਲੂਗਾ ਜੀ, ਮਤਲਬ ਬਹੁਤ ਵਧੀਆ ਰਿਜ਼ਲਟ ਮਿਲੂ। ਜੇ 10 ਮਰੀਜ਼ ਆ ਕੇ 10 ਚੋਂ ਬਹੁਤ ਹੀ ਵਧੀਆ ਰਿਜ਼ਲਟ, ਆਪਾਂ 10 ਮਰੀਜ਼ ਆ ਜੇ 10 ਚੋਂ ਰਿਜ਼ਲਟ ਬਹੁਤ ਵਧੀਆ ਅਸੀਂ ਪਾਉਣੇ ਮਹਾਰਾਜ ਦੀ ਕਿਰਪਾ ਨਾਲ ਜੀ। ਵਧੀਆ ਤਰੀਕੇ ਦੇ ਨਾਲ ਇਲਾਜ ਕਰੀਦਾ ਵਾ। ਮਰੀਜ਼ ਵੀ ਆਪ ਜੇ ਇੱਕ ਮਰੀਜ਼ ਦਵਾਈ ਲੈ ਕੇ ਜਾਂਦਾ ਵਾ, ਉਹਨਾਂ ਦੇ ਬੱਚਾ ਹੁੰਦਾ ਕੋਈ 10 ਮਰੀਜ਼ਾਂ ਨੂੰ ਹੋਰ ਦੱਸਦਾ ਜੀ। ਠੀਕ ਆ, ਸਾਨੂੰ ਵੀ ਇਹ ਚੀਜ਼ ਖੁਸ਼ੀ ਮਿਲਦੀ ਆ। ਉਹਦੇ ਨਾਲ ਥੋੜ੍ਹਾ ਜਾਂਦਾ ਰੱਬ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਵਾ। ਅਸੀਂ 5 ਜਪਜੀ ਸਾਹਿਬ ਦੇ ਪਾਠ ਦੱਸਦੇ ਹਾਂ ਮਰੀਜ਼ ਨੂੰ ਵੀ ਜੇ ਤੁਸੀਂ ਕਰ ਸਕਦੇ ਆ ਜ਼ਰੂਰ ਕਰੋ, ਨਹੀਂ ਆਪ ਬਹਿ ਕੇ ਤੁਸੀਂ ਸੁਣ ਲਓ, ਗੁਰੂ ਘਰੇ ਜਾਓ, ਉੱਥੇ ਸੇਵਾ ਕਰੋ, ਬਹਿ ਕੇ ਬਾਣੀ ਸੁਣਨੀ ਆ, ਮੱਥਾ ਟੇਕ ਕੇ ਨਹੀਂ ਆ ਜਾਣਾ। ਪਰਮੇਸ਼ਰ ਦੀ ਖੇਡ ਹੁੰਦੀ ਸਾਰੀ ਬੱਚਾ ਦੇਣ ਦੀ ਜੀ। ਆਪਾਂ ਪਰਮਾਤਮਾ ਦਾ ਓਟ ਆਸਰਾ ਲੈਣਾ, ਉਹਨੇ ਸਾਰੀ ਕਿਰਪਾ ਕਰਨੀ ਜੀ। ਪਰਮਾਤਮਾ ਨੇ ਰੱਬ ਦਾ ਨਾਂ ਲਵਾਂਗੇ, ਸਾਨੂੰ ਤਾਂ ਜਾਨੀ ਉਹਦੇ ਵਿੱਚ ਬੜੀ ਸੰਤੁਸ਼ਟੀ ਹੈ ਜੀ। ਰੱਬ ਦੇ ਨਾਂ ਦੇ ਵਿੱਚ ਮਨ ਦਾ ਜੋ ਸਾਡਾ ਖਿਆਲ ਆ, ਬਚਪਨ ਤੋਂ ਅਸੀਂ ਸਾਡੇ ਮਾਂ ਪਿਓ ਨੇ ਸਾਨੂੰ ਜਿੱਧਰ ਲਾਇਆ ਵਿਆ, ਬੜੀ ਮਹਾਰਾਜ ਦੀ ਕਿਰਪਾ। ਬਚਪਨ ਤੋਂ ਸਾਨੂੰ ਅੰਮ੍ਰਿਤ ਮਹਾਰਾਜ ਨੇ ਦਾਤ ਦੇਤੀ ਆ। ਸਾਡੇ ਬੱਚੇ ਨੂੰ ਵੀ ਬਚਪਨ ਤੋਂ ਹੀ ਮਿਲ ਗਈ ਆ। ਸਾਡਾ ਪਰਿਵਾਰ ਇਸੇ ਪਾਸੇ ਹੈ ਜੀ ਸਾਰਾ। ਗੁਰਸਿੱਖੀ ਜੀ ਮਹਾਰਾਜ ਨੇ ਬਹੁਤ ਹੀ ਜ਼ਿਆਦਾ ਬਖਸ਼ਿਸ਼ ਕੀਤੀ ਆ। ਅੱਗੇ ਵਾਸਤੇ ਮਹਾਰਾਜ ਦੀ ਇਹੀ ਅਰਦਾਸ ਕਰਦੇ ਵੀ ਜਿਹੜੀ ਗਾਂ ਵੀ ਸਾਡੇ ਔਲਾਦ ਹੋਵੇ ਗੁਰਸਿੱਖੀ ਜੀ ਪੈਦਾ ਹੋਵੇ। ਇਹ ਮਹਾਰਾਜ ਮੂਹਰੇ ਬਹੁਤ ਨੱਕ ਰਗੜ ਕੇ ਬੇਨਤੀਆਂ ਕਰਦੇ, ਪਰਮੇਸ਼ਰ ਮੁਕੇ ਕਰੀਦੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖੀ ਜੀ ਰੱਖੀ, ਨਾਮ ਬਾਣੀ ਸਿਮਰਨ ਦੇ ਨਾਲ ਜੋੜੀ ਰੱਖੀ ਪਰਿਵਾਰ ਨੂੰ। ਸਾਰਿਆਂ ਨੂੰ ਇਹ ਚਾਹੀਦਾ ਆਪਦੇ ਕਿਸੇ ਵੀ ਧਰਮ ਦਾ ਕੋਈ ਵੀ ਉਹਨੂੰ ਤਾਂ ਆਪਦੇ ਵਿੱਚ ਪੂਰਾ ਰਹਿਣਾ ਚਾਹੀਦਾ ਵਾ। ਨਾਮ ਬਾਣੀ ਸਿਮਰਨ ਜ਼ਰੂਰ ਚਾਹੀਦਾ। ਤੁਹਾਡੀ ਗੱਲ ਵਿੱਚ ਮੈਨੂੰ ਕੱਟਣੀ ਪੈ ਰਹੀ ਹੈ। ਇੱਕ ਕੁਛ ਲੋਕਾਂ ਦੀ ਨਾ ਸ਼ਿਕਾਇਤ ਹੁੰਦੀ ਹੈ, ਜਿਹੜੇ ਚੰਗੇ ਵੈਦ ਨੇ, ਦੇਸੀ ਵੈਦ ਇਮਾਨਦਾਰ ਨੇ ਤੇ ਸੱਚਮੁੱਚ ਹੀ ਤਜਰਬਾ ਰੱਖਦੇ ਨੇ, ਕੁਛ ਲੋਕਾਂ ਨੂੰ ਗਿਲਾ ਜਿਹਾ ਹੁੰਦਾ ਹੈ ਕਿ ਦਵਾਈਆਂ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਪੈਸੇ ਬੜੇ ਜ਼ਿਆਦਾ ਲੈ ਜਾਂਦੇ ਨੇ। ਤੁਹਾਡੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਕਦੀ ਹੁੰਦਾ, ਤੁਹਾਨੂੰ ਸੁਣਨ ਨੂੰ ਮਿਲਦਾ ਕਿ ਤੁਹਾਡੇ ਮਰੀਜ਼ ਕੋਈ ਇਸ ਤਰ੍ਹਾਂ ਦਾ ਉਲਾਮਾ ਤਾਂ ਨਹੀਂ ਦਿੰਦੇ? ਹਾਂਜੀ, ਲਾਂਭਾ ਆਉਂਦਾ ਜੀ। ਜਿਵੇਂ ਮੰਨ ਲਓ ਵੀ ਰਸੌਲੀਆਂ ਦੇ ਸਮਝ ਲਓ ਤੁਸੀਂ। ਆਮ ਕੋਈ ਮਰੀਜ਼ ਕਹਿੰਦਾ ਜੀ ਮੈਂ ਹਫ਼ਤੇ ਦੀ 5000 ਦੀ ਦਵਾਈ ਲਈ ਆ, ਕੋਈ ਕਹਿੰਦਾ ਮੈਂ 2000 ਦੀ ਲਈ ਆ ਹਫ਼ਤੇ ਦੀ ਦਵਾਈ, ਵੀ ਮੈਨੂੰ ਕੋਈ ਫਰਕ ਨਹੀਂ ਪਿਆ। ਜਿਵੇਂ ਹੁਣ ਦੇਖੋ, ਹੁਣ ਵੈਦ ਨੇ ਜਿਹੜੇ ਕਿਸੇ ਵੀ ਡਾਕਟਰ ਤੋਂ ਵੈਦ ਤੋਂ ਲਈ, ਉਹਨੇ ਆਪਦੇ ਅਨੁਸਾਰ ਦੇਖੀ। ਦੇਖੋ ਹੁਣ ਦਵਾਈਆਂ ਮਹਿੰਗੀਆਂ ਵੀ ਬਹੁਤ ਆ, ਦੇਖੋ ਕਿਸ ਤਰ੍ਹਾਂ ਬਣਾਈ। ਇਹਦੇ ਬਾਰੇ ਆਪਾਂ ਕੋਈ ਅਸੀਂ ਕਹਿ ਦਿੰਦੇ ਸਾਨੂੰ ਕੋਈ ਪਤਾ ਨਹੀਂ ਵੀ ਉਹਨੇ ਬਣਾਈ, ਉਹ ਮਿਹਨਤ ਕੀਤੀ, ਉਹਨੇ ਤਾਂ ਤੋਂ ਪੈਸੇ ਲਏ ਹੋਣਗੇ। ਜਿਹੜੀ ਸਾਡੀ ਮੈਡੀਸਨ ਆ ਜਾਣੀ ਕਿ ਇਹ 1600 ਰੁਪਈਏ ਤੋਂ ਲੈ ਕੇ 2000 ਰੁਪਏ ਤੱਕ ਮਹੀਨੇ ਦੀ ਚੱਲਦੀ ਜੀ। ਰਸੌਲੀ ਦੀ 1600 ਰੁਪਏ ਤੋਂ ਸ਼ੁਰੂ ਹੁੰਦੀ ਆ 2000 ਰੁਪਏ ਤੱਕ, ਕਿਉਂ ਮੈਡੀਸਨ ਹਰੇਕ ਇਨਸਾਨ ਨੂੰ ਲੇਡੀਜ਼ ਨੂੰ ਕੋਈ ਵਧਾਉਣੀ ਘਟਾਉਣੀ ਪੈ ਜਾਂਦੀ, ਉਸ ਹਿਸਾਬ ਨਾਲ ਰੇਟ ਥੋੜ੍ਹਾ ਜਿਹਾ ਵੱਧ ਘੱਟ ਜਾਂਦਾ ਜੀ। ਇੰਨਾ ਖਰਚ ਆਉਂਦਾ। ਕੋਈ ਤਕਰੀਬਨ ਕੋਈ ਵੀ ਦਵਾਈ ਮੈਡੀਸਨ ਦੇਸੀ ਸਾਡੀ 300-400 ਰੁਪਏ ਹਫ਼ਤੇ 'ਚ ਹੀ ਹੁੰਦੀ ਹੈ ਤਕਰੀਬਨ, ਕੋਈ 200 'ਚ ਵੀ ਹੁੰਦੀ ਆ। ਕੋਈ ਜੇ ਮੋਤੀ ਪਰਿਵਾਰ ਕਿਤੇ ਦੇਣੀ ਪੈ ਜਾਂਦੀ ਫਿਰ 700-800 ਵੀ ਬਣ ਜਾਂਦਾ ਜੀ, ਕਿਉਂਕਿ ਮੋਤੀ ਬਹੁਤ ਮਹਿੰਗੇ ਆ ਜੀ। ਜੇ ਮਾਰਕੀਟ 'ਚੋਂ ਲੈਣੇ 600 ਨੂੰ ਗ੍ਰਾਮ ਮਿਲਦੇ ਆ ਜੀ। ਸਾਡੇ ਤਾਂ ਆਪਦੇ ਤਿਆਰ ਕੀਤੇ ਹੁੰਦੇ ਸੀ, ਤਾਂ ਕਰਕੇ ਅਸੀਂ ਸਸਤੇ ਦਿੰਦੇ ਜੀ ਉਹ। ਤੇ ਇਹ ਸਨ ਵੈਦ ਕਮਲਜੀਤ ਸਿੰਘ ਤੂਰ, ਜਿਨ੍ਹਾਂ ਨੇ ਆਪਣੇ ਬੇਸ਼ਕੀਮਤੀ ਵਿਚਾਰ ਸਾਂਝੇ ਕਰੇ ਨੇ। ਜੇਕਰ ਤੁਸੀਂ ਵੀ ਇਹਨਾਂ ਕੋਲੇ ਆਉਣਾ ਚਾਹੁੰਦੇ ਹੋ ਤਾਂ ਲੋਹਗੜ੍ਹ ਰੋਡ, ਭਿੰਡਰ ਕਲਾਂ, ਜ਼ਿਲ੍ਹਾ ਮੋਗਾ ਸ਼ਹਿਰ ਤੋਂ 13-14 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਇਹ ਵੈਦ ਹਿਕਮਤ ਦਾ ਜਿਹੜਾ ਕੰਮ ਕਰਦੇ ਨੇ, ਇਹਨਾਂ ਦਾ ਦਵਾਖਾਨਾ ਹੈ ਤੇ ਹਰਬਲ ਹੈਲਥ ਕੇਅਰ ਦੇ ਸੈਂਟਰ ਦੇ ਨਾਮ ਤੇ ਹੋਵੇ। ਤੇ ਇਹ ਵੀ ਪਤਾ ਲੱਗਿਆ ਵੈਦ ਜੀ ਹਰੀ ਜਿਹੜੇ ਪੂਰੇ ਪੰਜਾਬ ਦੇ ਜਿਹੜੇ ਦੇਸੀ ਵੈਦ ਨੇ, ਉਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਖੁਦ ਪੂਰੇ ਪੰਜਾਬ ਦੇ।
ਤੇ ਦੋਸਤੋ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ। ਕਦੇ ਵੀ ਤੁਸੀਂ ਦਵਾਈ ਦੇਸ਼ ਜਾਂ ਵਿਦੇਸ਼ ਦੇ ਵਿੱਚ ਮੰਗਵਾਉਣਾ ਚਾਹੁੰਦੇ ਹੋ ਤਾਂ ਕਿਤੇ ਵੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਵੀ ਆਪਣੇ ਸਾਰੀ ਬਿਮਾਰੀ ਸੰਬੰਧੀ ਜਿਹੜੀ ਇਹ ਅਲਾਮਤਾਂ ਨੇ, ਜੋ ਉਹਦੀਆਂ ਨਿਸ਼ਾਨੀਆਂ ਨੇ, ਉਹ ਦੱਸ ਕੇ ਦਵਾਈ ਮੰਗਵਾ ਸਕਦੇ ਹੋ। ਸਿੱਧਾ ਇਹਨਾਂ ਨੂੰ ਇੱਥੇ ਆਣ ਕੇ ਇਹਨਾਂ ਦੇ ਕਲੀਨਿਕ ਤੇ ਮਿਲ ਸਕਦੇ ਹੋ। ਦਿਓ ਇਜਾਜ਼ਤ ਆਪਣੇ ਦੋਸਤ ਸਾਹਿਬ ਸਿੰਘ ਵਿਰਕ, ਲੋਹਾਰ ਮਾਜਰਾ ਨੂੰ। ਧੰਨਵਾਦ ਸਰ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਬਹੁਤ ਟੀਮ ਦਾ ਜੀ।